हारिस रऊफ, सलमान इरशाद, सलमान मिर्जा, अहमद दानियार ਜਿਹੜੇ ਇਸ ਟਾਈਮ ਖੇਡ ਰਹੇ ਸਾਰੇ ਮੇਰੇ ਨਾਲ ਸਿਲੈਕਟ ਹੋਏ 11 PSL ਦੇ ਐਡੀਸ਼ਨ ਹੋ ਗਏ ਨੇ ਇੱਕ ਵੀ ਮਾਈਨੋਰਿਟੀ ਦਾ ਪਲੇਅਰ ਨਹੀਂ ਓਵਰਆਲ। ਯੈਸ ਲਾਹੌਰ ਕਲੰਦਰ ਜਦੋਂ ਮੇਰੀ ਸਿਲੈਕਸ਼ਨ ਹੋਈ ਆਕਿਬ ਜਵੇਦ ਮੇਰੇ ਨਾਲ ਹੈ ਉਹਦੇ ਅਲਫਾਜ਼ ਕੀ ਸਨ ਆਕਿਬ ਜਵੇਦ ਸਾਹਿਬ ਪਾਕਿਸਤਾਨ ਦੇ ਵਿੱਚ ਸਿੱਖ ਬੱਚਾ ਅਸੀਂ ਸਿਲੈਕਟ ਕੀਤਾ ਸਾਡਾ ਇਹਦੇ ਨਾਲ ਵਾਅਦਾ ਹੈ ਕਿ ਅਸੀਂ ਪਾਕਿਸਤਾਨ ਨੂੰ ਪਹਿਲਾ ਸਿੱਖ ਬੱਚਾ ਪ੍ਰੋਡਿਊਸ ਕਰਕੇ ਦੇਵਾਂਗੇ ਨੂੰ ਖਿਡਾਵਾਂਗੇ। ਨੂੰ ਕੀ ਲੱਗਦਾ ਕਿ ਜਿਹੜਾ ਪਾਕਿਸਤਾਨ ਦਾ ਕ੍ਰਿਕਟ ਦਾ ਕਲਚਰ ਹੈ ਇੱਥੇ ਸਿਫਾਰਿਸ਼ ਚੱਲਦੀ ਏ ਤੂੰ ਆ ਜਾ ਅੱਗੇ ਰਿਸ਼ਤੇਦਾਰੀ ਚੱਲਦੀ ਏ ਫਿਰ ਚੇਅਰਮੈਨ ਦੀ ਮਰਜ਼ੀ ਏ 100 ਚੀਜ਼ਾਂ ਤੁਹਾਨੂੰ ਕੀ ਲੱਗਦਾ ਕਿ ਤੁਸੀਂ ਆ ਪਾਓਗੇ ਨੈਸ਼ਨਲ ਇੰਟਰਨੈਸ਼ਨਲ ਲੈਵਲ ਤੇ ਪਾਕਿਸਤਾਨ ਦੀ ਨਹੀਂ not at all you tried yes ਪਿਛਲੇ 10 ਸਾਲ ਤੋਂ ਟਰਾਈ ਕਰ ਰਹੇ ਮੇਰੀ ਸਿਲੈਕਸ਼ਨ 2016 ਦੇ ਵਿੱਚ ਹੁੰਦੀ ਹੈ 2012-13 ਤੋਂ ਮੈਂ ਕ੍ਰਿਕਟ ਸਟਾਰਟ ਕੀਤੀ ਹੈ ਜਦੋਂ ਮੈਟ੍ਰਿਕ ਪਾਸ ਕੀਤੀ ਉਸ ਟਾਈਮ ਪਹਿਲੇ ਤਾਂ ਹਰ ਬੰਦਾ ਖੇਡਦਾ ਟੇਪ ਵਾਲਾ ਖੇਡਦਾ ਲੇਕਿਨ ਪ੍ਰੋਫੈਸ਼ਨਲ ਕ੍ਰਿਕਟ ਮੈਂ 2012-13 ਤੋਂ ਸ਼ੁਰੂ ਕੀਤੀ ਪਹਿਲੇ ਤੇ ਤੁਹਾਨੂੰ ਇੰਨਾ ਘੁਮਾਇਆ ਜਾਂਦਾ ਨਾ ਚੱਕਰ ਲਵਾਉਂਦਾ ਹਾਂਜੀ ਤੁਹਾਨੂੰ ਸਿਸਟਮ ਸਮਝਾਇਆ ਨਹੀਂ ਜਾਂਦਾ ਫਿਰ ਤੁਹਾਨੂੰ ਬਸ ਯੂਜ਼ ਕੀਤਾ ਜਾਂਦਾ ਹੈ ਤੁਹਾਡੇ ਕੋਲ ਉਹ ਕੀ ਕਹਿੰਦੇ ਨੇ ਖਾਲੀ ਜਗ੍ਹਾ ਪੂਰ ਕਰੋ ਉਹ ਸਿਰਫ ਤੁਹਾਨੂੰ ਨੈਟ ਵਾਸਤੇ ਬੁਲਾਉਂਦੇ ਨੇ ਤੁਹਾਡੇ ਤੇ ਬੋਲਿੰਗ ਕਰਦੇ ਉਹ ਅੱਗੇ ਬੈਟਸਮੈਨਾਂ ਨੂੰ ਉਹ ਬਸ ਪ੍ਰੈਕਟਿਸ ਕਰਵਾਉਂਦੇ ਨੇ ਜਾਂ ਬਸ ਜਿਨ੍ਹਾਂ ਨੂੰ ਖਿਡਾਉਣਾ ਹੁੰਦਾ ਦੋ ਪਲੇਅਰ ਉਹਨੂੰ ਤੁਹਾਡੇ ਕਰਕੇ ਕਰਾਉਂਦੇ ਨੇ ਤੁਹਾਡੇ ਕੋਲ ਫੀਸ ਲੈਂਦੇ ਨੇ ਜਦੋਂ ਤੱਕ ਤੁਸੀਂ ਸਮਝਦੇ ਹੋ ਨਾ ਟਾਈਮ ਤੁਹਾਡਾ ਜ਼ਾਇਆ ਹੋ ਜਾਂਦਾ ਏਜ ਵੀ ਨਿਕਲ ਜਾਂਦੀ ਫਾਸਟ ਬੋਲਰ ਦੀ ਏਜ ਵੀ ਲਿਮਿਟਡ 2016 ਵਿੱਚ ਮੈਂ ਸਿਲੈਕਟ ਹੋਇਆ NCA ਦੇ ਵਿੱਚ ਪ੍ਰੋਗਰਾਮ ਦੇ ਵਿੱਚ ਸਿਲੈਕਟ ਹੋਇਆ 2016 ਦੇ ਨਵੰਬਰ ਦੇ ਫਿਰ ਸਾਡਾ ਮੁਲਤਾਨ ਕੈਂਪ ਲੱਗਿਆ ਉਹਦੇ ਵਿੱਚ ਮੈਂ ਅੱਛੀ ਪਰਫਾਰਮੈਂਸ ਦਿੱਤੀ ਇੱਕ ਮੈਚ ਇੱਕ ਆਪਣਾ ਆਖਰ ਦੇ ਵਿੱਚ ਕੈਂਪ ਤੋਂ ਬਾਅਦ ਨਾ ਇੱਕ ਮੈਚ ਹੈਗਾ ਸੀ ਫਰੈਂਡਲੀ ਮੈਚ ਹੈਗਾ ਸੀ ਉਸ ਤੋਂ ਬਾਅਦ ਓਪਨਿੰਗ ਹੈਗੀ ਸੀ ਹਾਈ ਪਰਫਾਰਮੈਂਸ ਸੈਂਟਰ ਮੁਲਤਾਨ ਦੀ ਜਿਹਦੇ ਵਿੱਚ ਇੰਜ਼ਮਾਮ ਦੇ ਨਾਂ ਤੇ ਹੈਗਾ ਆਪਣਾ ਇੰਜ਼ਮਾਮ ਭਾਈ ਵੀ ਆਏ ਸਨ ਮੌਸਨ ਸੀ ਮੌਸਨ ਨਜ਼ੀਰ ਬਾਕੀ ਸਾਰੇ ਜਿਹੜੇ ਹੈਗੇ ਨੇ ਮੌਸਨ ਕਮਾਲ ਅਲੀ ਜ਼ਿਆ ਸਾਹਿਬ ਚੇਅਰਮੈਨ ਕ੍ਰਿਕਟ ਬੋਰਡ ਇਹ ਸਾਰੇ ਆਏ ਸਨ ਠੀਕ ਹੈ ਤੇ ਉਸ ਮੈਚ ਦੇ ਵਿੱਚ ਮੈਂ 4 ਓਵਰਾਂ 'ਚ 2 ਆਊਟ ਕੀਤੇ ਅੱਜ ਵੀ ਰਿਕਾਰਡ ਹੈਗਾ 7 ਰਨ ਦਿੱਤੇ ਸੀ ਠੀਕ ਹੈ ਉਹ ਬੋਲਿੰਗ ਵੇਖਦੇ ਮੈਨੂੰ ਸ਼ਹਿਰਿਆਰ ਸਾਹਿਬ ਨੇ ਵੇਖ ਲਿਆ ਅੱਲਾਹ ਤਾਲਾ ਨੂੰ ਰੱਬ ਉਹਨਾਂ ਜਿਹੜਾ ਸ਼ਹਿਰਿਆਰ ਖਾਨ ਸਾਹਿਬ ਯੈਸ ਜੰਨਤ ਤੋਂ ਫਿਰ ਦੋਸਤ ਅੱਲਾਹ ਮੁਕਾਮ ਦੇਵੇ ਉਸ ਬੰਦੇ ਨੇ ਮੈਨੂੰ ਜਦੋਂ ਮੈਨੂੰ ਵੇਖਿਆ ਨਾ ਉਹਨੂੰ ਮੈਨੂੰ ਇੱਥੋਂ ਚੱਕਿਆ ਤੇ ਇੱਥੇ ਲਿਆਏ ਨੇ ਉਹਨੇ ਪਹਿਲੀ ਵਾਰੀ ਜਦੋਂ ਵੇਖਿਆ ਨਾ ਕਿ ਕੋਈ ਸਿੱਖ ਬੱਚਾ ਬੋਲਿੰਗ ਕਰ ਰਿਹਾ ਹੈ ਬੜਾ ਖੁਸ਼ ਹੋਇਆ ਤੇ ਜਦੋਂ ਲਾਈਵ ਪ੍ਰੈਸ ਕਾਨਫਰੰਸ ਹੋ ਰਹੀ ਸੀ ਉਹਨਾਂ ਨੇ ਆਪਣੇ ਨਾਲ ਮੈਨੂੰ ਖੜਾ ਕੀਤਾ ਕਿ ਅੱਜ ਪਾਕਿਸਤਾਨ ਦੇ ਕ੍ਰਿਕਟ ਨੂੰ ਮੈਂ ਇੱਕ ਨਵਾਂ ਚਿਹਰਾ ਦੇਣ ਜਾ ਰਿਹਾ ਇੱਕ ਨਵਾਂ ਫੇਸ ਦੇਣ ਜਾ ਰਿਹਾ ਮੈਂ ਖੁਸ਼ ਹਾਂ ਕਿ ਪਾਕਿਸਤਾਨ ਦੇ ਕ੍ਰਿਕਟ ਦੇ ਵਿੱਚ ਸ਼ੁਕਰ ਹੈ ਮੈਂ ਕੋਈ ਸਿੱਖ ਬੱਚਾ ਵੀ ਵੇਖ ਲਿਆ ਉਹਨਾਂ ਨੇ ਟੈਲੈਂਟ ਵੇਖ ਲਿਆ ਉਹੀ ਅਗਲੇ ਮਹੀਨੇ ਮਲੇਸ਼ੀਆ ਤੋਂ ਟੀਮ ਆਉਂਦੀ ਹੈ ਮਲੇਸ਼ੀਆ ਦੀ ਨੈਸ਼ਨਲ ਟੀਮ ਔਰ ਪਾਕਿਸਤਾਨ ਦੀ A ਟੀਮ ਆਪਸ ਵਿੱਚ ਮੈਚਸ ਹੁੰਦੇ ਨੇ ਕਜ਼ਾਫੀ ਸਟੇਡੀਅਮ ਦੇ ਵਿੱਚ 2 T20 ਮੈਚਸ ਦੇ ਉਹਨਾਂ ਦੇ ਵਿੱਚ ਇੱਕ ਮੈਚ ਦੇ ਵਿੱਚ ਮੈਨੂੰ ਖਿਡਾਇਆ ਗਿਆ ਉਹਦੇ ਵਿੱਚ ਮੇਰੇ 2 ਆਊਟ ਨੇ 4 ਓਵਰਾਂ ਦੇ ਵਿੱਚ 2 ਆਊਟ ਸੀ ਕਿ 22 ਰਨ ਦੇ ਕੇ ਇੱਕ ਹੀ ਮੈਚ ਮਿਲੇ ਉਸ ਤੋਂ ਬਾਅਦ ਸਿਸਟਮ ਐਸਾ ਚੇਂਜ ਹੁੰਦਾ ਰਿਹਾ ਕਿ ਕਦੇ ਰੁਕਿਆ ਹੀ ਨਹੀਂ ਸ਼ਹਿਰਿਆਰ ਸਾਹਿਬ ਰਿਟਾਇਰ ਹੋ ਗਏ ਨਜਮ ਸੇਠੀ ਸਾਹਿਬ ਆਏ ਸੇਠੀ ਸਾਹਿਬ ਗਏ ਜ਼ਿਕਰੀਆ ਸਾਹਿਬ ਆ ਗਏ ਉਹ ਗਏ ਨੇ ਦੂਜੇ ਆਏ ਨੇ ਤੀਜੇ ਆਏ ਨੇ ਤੀਜੇ ਆਏ ਨੇ ਰਾਜਾ ਸਾਹਿਬ ਆ ਗਏ ਨੇ ਮਤਲਬ ਹਰ 3-4 ਮਹੀਨੇ ਬਾਅਦ ਸਿਸਟਮ ਚੇਂਜ ਫਿਰ ਉਹਦੇ ਵਿੱਚ ਕੋਵਿਡ ਆ ਗਿਆ ਇਮਰਾਨ ਖਾਨ ਸਾਹਿਬ ਨੇ ਡਿਪਾਰਟਮੈਂਟ ਕ੍ਰਿਕਟ ਬੰਦ ਕਰਤੀ ਸਭ ਤੋਂ ਵੱਡਾ ਨੁਕਸਾਨ ਡਿਪਾਰਟਮੈਂਟ ਕ੍ਰਿਕਟ ਬੰਦ ਹੋਣ ਨਾਲ ਜਿਹੜਾ ਖਾਨ ਸਾਹਿਬ ਨੇ ਬੰਦ ਕੀਤਾ ਸੀ ਖੈਰ ਉਹ ਤੇ ਐਸ ਕ੍ਰਿਕਟਰ ਉਹ ਸਮਝ ਹੀ ਨਹੀਂ ਪਾਇਆ ਇਸ ਯੈਸ ਦੂਜੀ ਗੱਲ ਹੈ ਕਿ ਦੇਖੋ ਮੈਂ ਸਭ ਤੋਂ ਵੱਡਾ ਮਸਲਾ ਕੀ ਹੈ ਸਿਸਟਮ ਦੇ ਵਿੱਚ ਜਿਸ ਕਲੱਬ ਦੇ ਵਿੱਚ ਤੁਸੀਂ ਖੇਡਦੇ ਹੋ ਨਾ ਉਸ ਕਲੱਬ ਤੇ ਇੱਕ ਬੱਚਾ ਖੇਡ ਸਕਦਾ ਡਿਸਟ੍ਰਿਕਟ ਖੇਡ ਸਕਦਾ ਡਿਸਟ੍ਰਿਕਟ ਖੇਡੋਗੇ 3 ਜਣੇ ਖੇਡੋਗੇ ਹੁਣ ਡਿਸਟ੍ਰਿਕਟ ਦੇ ਵਾਸਤੇ ਲਾਈਨਾਂ ਲੱਗੀਆਂ ਹੁੰਦੀਆਂ ਨੇ ਉਹਦੇ ਕਲੱਬ ਦੇ ਓਨਰ ਦੇ ਬੱਚੇ ਵੀ ਰਿਸ਼ਤੇਦਾਰ ਵੀ ਤਾਲੁਕ ਵਾਸਤੇ ਪੁਰਾਣੇ ਪਲੇਅਰਸ ਵੀ ਬਾਕੀ ਵੀ 3-4 ਸਾਲ ਤੁਹਾਡੇ ਉੱਥੇ ਜ਼ਾਇਆ ਹੋ ਜਾਂਦੇ ਨੇ ਫਿਰ ਰੀਜਨ ਖੇਡਣ ਵਾਸਤੇ 3-4 ਸਾਲ ਉੱਥੇ ਤੁਹਾਡੇ ਲੈ ਜਾਂਦੇ ਦਵਿੰਦਰਪਾਲ ਹੁਣ ਕੀ ਪਲਾਨ ਨਹੀਂ ਹੈ ਕਿ ਬਸ ਆਪਣੇ ਸ਼ੌਕ ਵਾਸਤੇ ਖੇਡ ਰਹੇ ਰੱਬ ਅੱਗੇ ਇੱਕ ਦੁਆ ਹੀ ਹੈ ਉਹ ਕੀ ਕਹਿੰਦੇ ਨੇ ਕਿ ਬਸ ਅਰਦਾਸ ਕਿਤੇ ਚਾਂਸ ਮਿਲ ਜਾਏ ਕੋਈ ਸ਼ਹਿਰਿਆਰ ਸਾਹਿਬ ਵਰਗਾ ਫਿਰ ਬੰਦਾ ਆ ਜਾਵੇ ਕਿ ਉਹਨਾਂ ਦੇ ਨਜ਼ਰਾਂ ਦੇ ਵਿੱਚ ਅਸੀਂ ਆਈਏ ਤਾਂ ਕਹੇ ਕਿ ਯਾਰ ਇਹਨੂੰ ਚਾਂਸ ਦੇਣਾ ਚਾਹੀਦਾ ਹੈ ਦੇਖੋ ਗੱਲ ਹੈ ਕਿ ਸਾਰੇ ਮੇਰੇ ਨਾਲ ਸਿਲੈਕਟ ਹੋਏ ਹਾਰਿਸ ਰਊਫ ਸਲਮਾਨ ਇਰਸ਼ਾਦ ਸਲਮਾਨ ਮਿਰਜ਼ਾ ਅਹਿਮਦ ਦਾਨੀਆਰ ਜਿਹੜੇ ਇਸ ਟਾਈਮ ਖੇਡ ਰਹੇ ਕੋਈ ਕਾਇਦ ਆਜ਼ਮ ਟਰਾਫੀ ਖੇਡ ਰਿਹਾ ਇੱਕ ਬਹੁਤ ਵੱਡਾ ਸਵਾਲੀਆ ਨਿਸ਼ਾਨ ਜਿਹੜਾ ਹੈਗਾ ਨਾ 11 PSL ਦੇ ਐਡੀਸ਼ਨ ਹੋ ਗਏ ਨੇ not even a single one selected you ਨਹੀਂ ਮੈਨੂੰ ਨਹੀਂ ਇੱਕ ਵੀ ਮਾਈਨੋਰਿਟੀ ਦਾ ਪਲੇਅਰ ਨਹੀਂ overall ਯੈਸ ਬਹੁਤ ਸਰ ਮੈਂ ਕੱਲਾ ਨਹੀਂ ਮੈਂ ਤਾਂ ਚਲੋ ਮੈਂ ਸਮਝਦਾ
ਮੈਂ ਸਿੱਖ ਕਮਿਊਨਿਟੀ ਦੇ ਵਿੱਚ ਇੱਕ ਹੀ ਪਲੇਅਰ ਹੈ ਨਾ, ਮੇਰੇ ਤੋਂ ਇਲਾਵਾ ਕੋਈ ਪਲੇਅਰ ਹੀ ਨਹੀਂ ਹੈ ਸਿੱਖ ਕਮਿਊਨਿਟੀ ਜਿਹੜਾ ਕਲੱਬ ਕ੍ਰਿਕਟ ਖੇਡਦਾ ਹੋਵੇ, ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਤੁਸੀਂ ਆਪਣਾ ਟਾਈਮ, ਮੈਨੂੰ ਕਈ ਲੋਕ ਵੀ ਕਹਿੰਦੇ ਨੇ ਕਿ ਤੁਸੀਂ ਆਪਣਾ ਟਾਈਮ ਜ਼ਾਇਆ ਕੀਤਾ 10 ਸਾਲ, ਅਸੀਂ ਤੁਹਾਨੂੰ ਕਹਿੰਦੇ ਰਹੇ ਕਿ ਕ੍ਰਿਕਟ ਨਾ ਜਾਓ, ਟਾਈਮ ਜ਼ਾਇਆ ਕਰੋਗੇ, ਪੈਸਾ ਜ਼ਾਇਆ ਕਰੋਗੇ, ਮਿਲਣਾ ਕੁਝ ਵੀ ਨਹੀਂ ਹੈ। ਤੁਸੀਂ ਕਹਿੰਦੇ ਨੇ ਨਹੀਂ ਮੈਨੂੰ ਤਾਂ ਚਾਂਸ ਮਿਲੇਗਾ, ਮੈਂ ਤੁਹਾਨੂੰ ਗਲਤ ਸਾਬਿਤ ਕਰਾਂਗਾ, ਪਰ ਨਹੀਂ ਕਰ ਸਕਿਆ ਸਾਬਿਤ। ਮੇਰੇ ਤੋਂ ਮੈਂ ਤਾਂ ਚਲੋ ਇੱਕ ਹੈਗਾ, ਜ਼ਰੂਰੀ ਨਹੀਂ ਹੈ ਕਿ ਮੈਂ ਇੱਕ ਹਾਂ ਤੇ ਸੁਪਰਸਟਾਰ ਹਾਂ, ਚਲੋ ਸਮਝਣਾ, ਲੇਕਿਨ ਇਹਨੇ ਵੀ ਮਾੜੇ ਨਹੀਂ ਕਿ ਅਸੀਂ ਫਸਟ ਕਲਾਸ ਵੀ ਨਾ ਖੇਡ ਸਕੀਏ। ਵੈਰੀ ਟਰੂ, ਵੈਰੀ ਟਰੂ। ਠੀਕ ਹੈ, ਜੇ ਡੋਮੈਸਟਿਕ ਸਾਰੇ ਆਓ ਪਰਫਾਰਮੈਂਸ ਦੇ ਕੇ ਆ ਸਕਦਾ ਹਾਂ ਤੇ ਫਸਟ ਕਲਾਸ ਖੇਡਣਾ ਕੋਈ ਮੁਸ਼ਕਿਲ ਕੰਮ ਨਹੀਂ। ਤੁਹਾਡੇ ਤੋਂ ਪਹਿਲੇ ਦਾਨਿਸ਼ ਕਨੇਰੀਆ ਇੱਕ ਕਹਿ ਸਕਦੇ ਹੋ, ਦਾਨਿਸ਼ ਕਨੇਰੀਆ, ਡੰਕਨ ਸ਼ਾਰਪ, ਬਹੁਤ ਵੱਡੇ 6-7 ਨਾਮ ਹੈਗੇ ਜਿਹੜੇ ਪਾਕਿਸਤਾਨ ਖੇਡਦੇ ਨੇ, ਉਹ ਉਹਨਾਂ ਦੌਰਾਨ ਚ ਖੇਡੇ ਨੇ। ਮੁਹੰਮਦ ਯੂਸਫ ਤੋਂ ਬਾਅਦ ਕੋਈ ਸਟਾਪ ਲੱਗ ਗਿਆ। ਸਟਾਪ। ਪਿਛਲੇ 15 ਸਾਲਾਂ ਦੇ ਵਿੱਚ 10 ਤੋਂ 15 ਸਾਲ ਹੋ ਗਏ, ਇੱਕ ਵੀ ਪਲੇਅਰ ਮਾਈਨੋਰਿਟੀ ਚ ਕੋਈ ਫਸਟ ਕਲਾਸ ਵੀ ਨਹੀਂ ਖੇਡੇ। PSL ਚ ਇੱਕ ਵੀ ਬੱਚਾ ਨਹੀਂ ਹੈ PSL ਦੇ ਵਿੱਚ। ਹਾਊ ਓਲਡ ਆਰ ਯੂ? I'm 29, 30 ਹੁਣ ਪੂਰਾ ਹੋਣ ਲੱਗਾ। ਮੈਂ ਸਿਰਫ ਇੱਕ ਗੱਲ ਕਹਾਂਗਾ ਪਾਕਿਸਤਾਨ ਕ੍ਰਿਕਟ ਬੋਰਡ ਨੂੰ, ਪਾਕਿਸਤਾਨ ਦੀ ਜਿਹੜੀ ਪੂਰੀ ਲੈਜਿਸਲੇਸ਼ਨ ਅਸੈਂਬਲੀਜ਼ ਨੇ, ਕਿਉਂਕਿ ਉਹਨਾਂ ਦਾ ਬੜਾ ਇੱਕ ਪੂਰਾ ਚੱਲਦਾ ਹੈ ਉੱਤੇ ਇਨਫਲੂਐਂਸ। ਮਾਈਨੋਰਿਟੀ ਕਿਸੇ ਵੀ ਮੁਲਕ ਦਾ ਨਾ ਮੇਨ ਪਾਰਟ ਹੁੰਦੀ ਹੈ। ਮੇਰੇ ਖਿਆਲ ਨਾਲ ਮੈਜੋਰਿਟੀ ਤੋਂ ਜ਼ਿਆਦਾ ਮਾਈਨੋਰਿਟੀ ਨੂੰ ਸਰਵ ਕਰਨ ਦਾ ਸਭ ਤੋਂ ਵੱਡਾ ਫਾਇਦਾ ਕੀ ਹੁੰਦਾ? ਤੁਸੀਂ ਇੰਡੀਆ ਦੀ ਮਿਸਾਲ ਲੈ ਲਓ, ਇੰਡੀਆ ਨੇ ਮੁਸਲਮਾਨ ਸਦਰ ਵੀ ਰੱਖੇ, ਸਿੱਖ ਵਜ਼ੀਰ ਆਜ਼ਮ ਵੀ ਰੱਖੇ, ਤੇ ਨਾਲ ਨਾਲ ਕ੍ਰਿਸਚੀਅਨਸ ਨੂੰ ਵੀ ਉੱਥੇ ਵਜ਼ੀਰ ਦਿਫਾ ਤੱਕ ਪਹੁੰਚਣ ਦਾ ਮੌਕਾ ਮਿਲਿਆ। ਤੇ ਉਹ ਕੰਟਰੀ ਅੱਜ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਦਾ ਕਲੇਮ ਕਰਦਾ ਹੈ, ਨਹੀਂ ਉਹ ਇੱਕ ਸੈਪਰੇਟ ਡਿਬੇਟ ਕਲੇਮ ਕਰਦਾ। ਸੇਮ ਗੋਜ਼ ਵਿਦ ਦੈਟ, ਜੇ ਤੁਸੀਂ ਪਾਕਿਸਤਾਨ 'ਚ ਚਾਹੁੰਦੇ ਹੋ ਕਿ ਕਿਸੇ ਇੱਕ ਰੋਸ਼ਨ ਖਿਆਲੀ ਦਾ ਨया ਬਾਬ ਰਕਮ ਹੋ ਜਾਏ ਕਿਸੇ ਦਰਜੇ 'ਚ, ਤੇ ਤੁਹਾਨੂੰ ਮਹਿੰਦਰਪਾਲ ਨੂੰ ਇੱਕ ਮੌਕਾ ਦੇਣਾ ਡਿਜ਼ਰਵ ਕਰਨਾ ਹੈ। ਕਿਉਂਕਿ ਮੈਂ ਇੰਨਾ ਜਾਣਦਾ, ਕਿਉਂਕਿ ਮੇਰੀ ਇਹਨਾਂ ਨਾਲ ਦੂਜੀ ਤੀਜੀ ਮੁਲਾਕਾਤ ਹੈ, that he will give his best. So this is the right time ਕਿ ਤੁਸੀਂ ਇੱਕ ਨਾ ਸਟ੍ਰਿਕ ਮਈਰ ਲਓ ਕਿ ਇੱਕ ਮਾਈਨੋਰਿਟੀ ਤੋਂ ਪਲੇਅਰ ਹਰ ਸਾਲ ਆਉਣਾ ਚਾਹੀਦਾ ਹੈ, ਚਾਹੇ ਉਹ ਫਸਟ ਕਲਾਸ, ਚਾਹੇ PSL, ਚਾਹੇ whatever belongs to him or the team. ਕਹਿਣ ਦਾ ਮਕਸਦ ਸਿਰਫ ਇਹ ਹੈ ਮੋਹਸਿਨ ਨਕਵੀ ਸਾਹਿਬ ਕਿ ਪਾਕਿਸਤਾਨ ਦਾ ਜਿਹੜਾ ਕ੍ਰਿਕਟ ਬੋਰਡ ਹੈ, ਇਹ ਪਾਕਿਸਤਾਨ ਦੀ ਕਾਬੀਨਾ ਨਹੀਂ ਹੈ ਕਿ ਜਿੱਥੇ ਸੂਬਿਆਂ ਤੋਂ ਤੁਸੀਂ ਆਪਣੀ ਮਰਜ਼ੀ ਨਾਲ ਬੰਦੇ ਜਿਹੜਾ ਮਰਜ਼ੀ ਜੋ ਵੀ ਇੱਕ ਸਿਸਟਮ ਹੈ ਉੱਥੋਂ ਆਉਂਦੇ ਨੇ, ਫਿਊਡਲ लैंडलॉर्ड्स आते हैं तो उन्होंने ही रखना पैंदा है। हमारे पास महेंद्रपाल की मिसाल है। मैं उर्दू में इसलिए शिफ्ट हूँ कि शायद आपको जल्दी समझ आ जाए, क्योंकि पंजाबियत जुबान पंजाबियों को जल्दी समझ आती। दिस इज द राइट टाइम टू चूज है जी। ਉਹਦੀ ਵਜ੍ਹਾ ਮੈਂ ਤੁਹਾਨੂੰ ਦੱਸਾਂ, ਕੁਝ ਸਾਲ ਪਹਿਲਾਂ ਸੀ ਮਾਈਨੋਰਿਟੀ ਸੁਪਰ ਲੀਗ ਕਰਾਈ, ਮਾਈਨੋਰਿਟੀ ਸੁਪਰ ਲੀਗ 25 ਟੀਮਾਂ ਸਾਨੂੰ ਆਲ ਓਵਰ ਦਾ ਪਾਕਿਸਤਾਨ, ਸਿਰਫ ਮਾਈਨੋਰਿਟੀ ਦੀਆਂ। ਮੈਂ ਉਹਦੇ ਚ ਇੱਕ ਹੀ ਸਿੱਖ ਸੀ, ਉਹਦਾ ਮਤਲਬ ਕੋਈ ਸਿੱਖਿਆ ਨਹੀਂ। ਉਹਦੇ ਜੋ ਹਿੰਦੂ ਵੀ ਹੈਗੇ ਸਨ, ਕ੍ਰਿਸਚਨ ਵੀ ਹੈਗੇ ਸਨ। ਤੁਸੀਂ ਕੀ ਸਮਝਦੇ ਹੋ ਕਿ 25 ਟੀਮਾਂ ਦੇ ਵਿੱਚ 5 ਪਲੇਅਰ ਇਹੋ ਜਿਹੇ ਨਹੀਂ ਹੋਣਗੇ ਜਿਹੜੇ ਇਸ ਕਾਬਿਲ ਹੋਣਗੇ ਜਿਹੜੇ ਉਹ ਖੇਡ ਸਕਦੇ ਹੋਣ? 25 ਟੀਮਾਂ ਚ ਅ ਲੋਟ ਆਫ ਪਲੇਅਰਸ, ਮੈਂ 5 ਪਲੇਅਰਸ ਕੰਸੀਡਰ ਕਰ ਰਿਹਾ। 5 ਪਲੇਅਰ ਇਹ ਤੁਸੀਂ ਹਾਰਿਸ ਰੂਫ ਨੂੰ ਪਾਲਿਸ਼ ਕਰ ਸਕਦੇ ਹੋ, ਜੇ ਟੇਪ ਬਾਲ ਖੇਡਦਾ ਸੀ। ਸਲਮਾਨ ਮਿਰਜ਼ਾ ਟੇਪ ਬਾਲ ਖੇਡਦਾ ਸੀ, ਅਹਿਮਦ ਅਨਿਆ ਟੇਪ ਬਾਲ ਖੇਡਦਾ ਸੀ, ਠੀਕ ਹੈ, ਸਾਰੇ ਟੇਪ ਬਾਲ ਖੇਲ ਕੇ ਆਏ ਨੇ। ਕਿਉਂ ਤੁਸੀਂ ਮਾਈਨੋਰਿਟੀ ਦੇ ਪਲੇਅਰ ਨੂੰ ਪਾਲਿਸ਼ ਨਹੀਂ ਕਰ ਸਕਦੇ? 6 ਮਹੀਨੇ ਉਹਨਾਂ ਨੂੰ ਪਾਲਿਸ਼ ਕਰੋ ਨਾ। ਤੁਸੀਂ ਆਲ ਓਵਰ ਦਾ ਪਾਕਿਸਤਾਨ ਦੇ ਇੱਕ ਦਿਨ ਟ੍ਰਾਇਲ ਰੱਖੋ, ਤੁਹਾਡੇ ਕੋਲ ਇੰਨੇ ਸਿਲੈਕਟਰਸ ਨੇ, ਸਾਰਾ ਕੁਝ ਤੁਹਾਡੇ ਕੋਲ ਹੈ, ਤੁਸੀਂ ਹਰ ਚੀਜ਼ ਦੀ ਟ੍ਰਾਇਲ ਲੈ ਸਕਦੇ ਹੋ। ਮਾਈਨੋਰਿਟੀ ਤੁਸੀਂ ਐਵੇਂ ਨਾ ਰੱਖੋ, ਰਸ਼ ਨਾ ਬਣਾਓ ਕਿ ਤੁਸੀਂ ਅਨਾਉਂਸ ਕਰੋ ਕਿ ਪੂਰੇ ਪਾਕਿਸਤਾਨ ਚੋਂ ਮਾਈਨੋਰਿਟੀ ਆ ਜਾਣ। ਆਪਣੇ ਕਲੱਬ ਤੁਹਾਡੇ ਜਿਹੜੇ ਰਜਿਸਟਰਡ ਨੇ ਉਹਨਾਂ 'ਚ ਤੁਸੀਂ ਢੂੰਢੋ ਕਿ ਕਿਹੜੇ ਕਲੱਬ 'ਚ ਕਿਹੜੇ ਮਾਈਨੋਰਿਟੀ ਦਾ ਪਲੇਅਰ ਰਜਿਸਟਰਡ ਹੈ। ਆਲ ਓਵਰ ਦਾ ਪਾਕਿਸਤਾਨ ਦੇਖੋ ਕਿੰਨੇ ਕੋ ਪਲੇਅਰ ਤੁਹਾਨੂੰ ਮਿਲ ਜਾएंगे, 100-150 ਪਲੇਅਰ ਮਿਲ ਜਾਣਗੇ, 200 ਪਲੇਅਰ ਮਿਲ ਜਾਏਗਾ, ਆਰਾਮ ਇਹਨਾਂ ਕੋ ਪਲੇਅਰ ਮਿਲ ਜਾਏਗਾ। 200 ਪਲੇਅਰ ਦਾ ਟ੍ਰਾਇਲ ਇੱਕ ਦਿਨ ਦਾ ਕੰਮ, ਠੀਕ ਹੈ। ਉਹ ਟ੍ਰਾਇਲ ਕਰੋ ਹਰ ਕਮਿਊਨਿਟੀ ਚੋਂ 1-2 ਪਲੇਅਰ, ਹਿੰਦੂ ਕਮਿਊਨਿਟੀ ਚੋਂ 1-2 ਪਲੇਅਰ, ਕ੍ਰਿਸਚਨ ਕਮਿਊਨਿਟੀ 1-2 ਪਲੇਅਰ, ਸਿੱਖ ਕਮਿਊਨਿਟੀ ਚੋਂ 5-6 ਪਲੇਅਰ ਸਿਲੈਕਟ ਕਰੋ, ਉਹਨਾਂ ਨੈਸ਼ਨਲ ਕ੍ਰਿਕਟ ਅਕੈਡਮੀ ਲੈ ਕੇ ਜਾਓ, 5-6 ਮਹੀਨੇ ਉਹਨਾਂ ਨੂੰ ਪਾਲਿਸ਼ ਕਰੋ, ਫਿਰ ਡੋਮੈਸਟਿਕ ਕ੍ਰਿਕਟ 'ਚ ਲੈ ਕੇ ਆਓ। ਮੈਂ ਇਹ ਨਹੀਂ ਕਹਿੰਦਾ ਕਿ ਉਹਨੂੰ ਪਾਕਿਸਤਾਨ ਸਿੱਧਾ ਖਿਲਾ ਦਿਓ, ਉਹਨੂੰ ਡੋਮੈਸਟਿਕ ਲੈ ਕੇ ਆਓ, ਉਹਨੂੰ ਗ੍ਰੇਡ 2 ਖਿਲਾਓ, ਫਸਟ ਕਲਾਸ ਖਿਲਾਓ, ਉੱਥੇ ਪਰਫਾਰਮ ਕਰਨ, ਪਾਕਿਸਤਾਨ ਖਿਲਾਓ, PSL ਖਿਲਾਓ। ਸਹੀ ਗੱਲ ਤੂੰ ਪ੍ਰੋਪਰ ਚੈਨਲ ਲੈ ਕੇ ਆਓ। ਮੈਂ ਨਹੀਂ ਕਹਿੰਦਾ ਕਿ ਅੱਜ ਮੈਨੂੰ ਚੁੱਕੋ ਪਾਕਿਸਤਾਨ ਖਿਲਾ ਦਿਓ, ਮੈਨੂੰ ਉਸ ਕਾਬਿਲ ਬਣਾਓ। ਹਰ ਬੰਦਾ ਮਾਂ ਦੇ ਕੁੱਖ ਚੋਂ ਸਿੱਖ ਕੇ ਨਹੀਂ ਆਉਂਦਾ। ਇੱਕ ਰਫ ਟੈਲੈਂਟ ਜੇ ਤੁਹਾਨੂੰ ਕਲੱਬਾਂ ਚੋਂ ਮਿਲਦਾ ਹੈ ਨਾ, ਉਹ ਤੁਸੀਂ ਉਹਨਾਂ ਨੂੰ ਸਿਰਫ 5-6 ਮਹੀਨੇ ਪਾਲਿਸ਼ ਕਰਨ ਦੀ ਲੋੜ ਹੁੰਦੀ ਹੈ, ਬਹੁਤ ਜ਼ਿਆਦਾ ਨਹੀਂ। ਜਿਹੜਾ ਬੰਦਾ ਕ੍ਰਿਕਟ ਨੂੰ ਸਮਝਦਾ 5-6 ਮਹੀਨੇ 'ਚ ਪਾਲਿਸ਼ ਹੋ ਜਾਂਦਾ ਹੈ, ਉਹਨੂੰ ਉਹ ਖੇਲ ਸਕਦਾ। ਤੇ ਬਹੁਤ ਵੱਡੀ ਗੱਲ ਨਹੀਂ ਹੈ, ਮੈਂ ਸਮਝ ਸਕਦਾ। ਔਰ ਮੈਂ ਰਮੀਜ਼ ਰਾਜਾ ਨੂੰ ਵੀ ਰਿਕੁਐਸਟ ਕੀਤੀ ਸੀ, ਆਪ ਪੂਰੇ ਨਨਕਾਣਾ ਸਾਹਿਬ 'ਚ ਕੋਈ ਕਲੱਬ ਹੀ ਨਹੀਂ ਹੈ,
ਪੂਰੇ ਨਨਕਾਣਾ ਸਾਹਿਬ 'ਚ ਕੋਈ ਕਲੱਬ ਨਹੀਂ? ਕੋਈ ਕਲੱਬ ਨਹੀਂ ਹੈ ਪੀਸੀਬੀ ਦਾ ਰਜਿਸਟਰਡ ਕਲੱਬ। ਨਨਕਾਣਾ ਡਿਸਟ੍ਰਿਕਟ ਹੈ ਔਰ ਡਿਸਟ੍ਰਿਕਟ ਕ੍ਰਿਕਟ ਹੁੰਦੀ ਹੈ, ਯੂਨੀਵਰਸਿਟੀ ਬਣਨ ਲੱਗੀ ਹੈ ਤੇ ਕਲੱਬ ਨਹੀਂ ਬਣਿਆ। ਡਿਸਟ੍ਰਿਕਟ ਕ੍ਰਿਕਟ ਲਾਹੌਰ ਡਿਸਟ੍ਰਿਕਟ ਕ੍ਰਿਕਟ ਹੁੰਦੀ ਹੈ, ਕਸੂਰ ਡਿਸਟ੍ਰਿਕਟ ਕ੍ਰਿਕਟ ਹੁੰਦੀ ਹੈ, ਤੁਹਾਡਾ ਗੁਜਰਾਂਵਾਲਾ ਕ੍ਰਿਕਟ ਹੁੰਦੀ ਹੈ, ਸਿਆਲਕੋਟ ਡਿਸਟ੍ਰਿਕਟ ਕ੍ਰਿਕਟ ਹੁੰਦੀ ਹੈ। ਨਨਕਾਣਾ ਇਟਸੈਲਫ ਡਿਸਟ੍ਰਿਕਟ ਹੈ, ਫੈਸਲਾਬਾਦ ਡਿਸਟ੍ਰਿਕਟ ਹੈ। ਉਹ ਗਰਾਊਂਡਸ ਨੇ ਕਿ ਗਰਾਊਂਡਸ ਵੀ ਨਹੀਂ ਹੁੰਦੇ ਡੈਜ਼ਿਗਨੇਟਡ ਗਰਾਊਂਡ ਜਿਹੜੇ ਹੁੰਦੇ ਨੇ? ਕਿਤੋਂ ਪਲੇਅਰ ਆਏਗਾ? ਮੈਂ ਮੈਟ੍ਰਿਕ ਤੇ ਨਨਕਾਣਾ ਸਾਹਿਬ ਪੜ੍ਹਿਆ, ਕੋਈ ਗਰਾਊਂਡ ਹੀ ਨਹੀਂ ਸੀ, ਕਿਤੋਂ ਖੇਡਣਾ? ਠੀਕ ਹੈ, ਸੋ ਇਹ ਚੀਜ਼ਾਂ ਇਸ ਸਿਸਟਮ ਨੂੰ ਸਮਝਣਾ ਪੈਣਾ। ਮਾਈਨੋਰਟੀ ਪਾਕਿਸਤਾਨ ਦੇ ਵਿੱਚ ਸੇਫ ਹੈ, ਉਹ ਤੇ ਨਜ਼ਰ ਸਾਹਮਣੇ ਬੈਠੀ ਆ। ਅਸੀਂ ਪ੍ਰਾਊਡਲੀ ਕਹਿੰਦੇ ਕਿ ਪਾਕਿਸਤਾਨ ਦੇ ਵਿੱਚ ਸੇਫ ਹੈਗੇ ਆ। ਤੁਸੀਂ ਹੁਣ ਮਿਸਾਲ ਸਮਝ ਲਓ ਕਿ ਮਾਈਨੋਰਟੀ ਤੁਸੀਂ ਕਮਰੇ 'ਚ ਬੰਦ ਰੱਖਿਆ, ਉੱਥੇ ਸੇਫ ਹੋਣਾ ਹੀ ਹੋਣਾ। ਉਹਨੂੰ ਕਮਰੇ 'ਚ ਬੰਦ ਨਾ ਰੱਖੋ, ਉਹਨੂੰ ਤੱਤੀ ਸਰਦ ਹਵਾ ਲੱਗਣ ਦਿਓ, ਉਹਨਾਂ ਨੂੰ ਉਹਦੀ ਕੈਪੇਬਲ ਜਿਹੜੇ ਜਿਸ ਬੰਦਾ ਜੋ ਕੈਪੇਬਲ ਉਹਨੂੰ ਓਪਰਚੁਨਿਟੀ ਦਿਓ। ਫਿਰ ਤੁਸੀਂ ਕਹੋ ਮਾਈਨੋਰਟੀ ਦਾ ਹੱਕ ਨਹੀਂ। ਸੇਫ ਇਜ਼ ਅ ਡਿਫਰੈਂਟ ਥਿੰਗ। ਅੱਛਾ, ਮੇਰੇ ਖਿਆਲ ਨਾਲ ਇਹ ਹੈਡਲਾਈਨ ਵੀ ਨਹੀਂ ਲਾਣੀ ਚਾਹੀਦੀ, ਬਲਕਿ ਉਹਨਾਂ ਨੂੰ ਕਹੋ ਜੀ ਇਹ ਤੁਹਾਡਾ ਡਿਊ ਜਿਹੜਾ ਹੱਕ ਹੈ ਉਹ ਲਈ ਜਾਣ ਤੇ ਚਲੀ ਜਾਣ ਅੱਗੇ। ਨਹੀਂ ਕਰੇ। ਜਦੋਂ ਮੇਰੀ ਸਿਲੈਕਸ਼ਨ ਹੋਈ ਸੀ ਆਲ ਅਰਾਊਂਡ ਦ ਵਰਲਡ ਮੇਰੇ ਖਬਰਾਂ ਛਪੀਆਂ, ਕੈਨੇਡਾ, ਆਸਟ੍ਰੇਲੀਆ, ਇੰਡੀਆ, ਹਰ ਜਗ੍ਹਾ ਤੇ ਮੇਰੇ ਖਬਰਾਂ ਛਪੀਆਂ ਕਿ ਪਾਕਿਸਤਾਨ ਦੇ ਵਿੱਚ ਇੱਕ ਸਿੱਖ ਬੱਚਾ ਮਹਿੰਦਰਪਾਲ ਲਾਹੌਰ ਕਲੰਦਰ। ਜਦੋਂ ਮੇਰੀ ਸਿਲੈਕਸ਼ਨ ਹੋਈ ਮੁਜ਼ੱਫਰਾਬਾਦ ਵਿੱਚ ਮੈਚਸ ਸਨ ਨਾ, ਹੋ ਗਈ ਸੀ ਸਿਲੈਕਸ਼ਨ? ਯੈਸ, ਮੈਂ ਲਾਹੌਰ ਕਲੰਦਰ खेलिया मैं राइजिंग स्टार 2 साल खेलिया। फिर 2 साल खेलिया, मैं तुहानू दस रहा 2 साल खेलिया। जो मुजफ्फराबाद साढ़े मैच सी, हामिद मीर साहब मेरे पास आए सी इंटरव्यू करने वास्ते। बकायदा उन्होंने मैंने बुलाया ग्राउंड दे विच कि उस सिख बच्चा किधर है, मैं उन्होंने इंटरव्यू करना है। आकिब जवेद मेरे नाल है, ਉਹਦੇ ਅਲਫਾਜ਼ ਕੀ ਸਨ ਆਕਿਬ ਜਵੇਦ ਸਾਹਿਬ ਦੇ ਕਿ ਅਸੀਂ ਪਾਕਿਸਤਾਨ ਦੇ ਵਿੱਚ ਸਿੱਖ ਬੱਚਾ ਅਸੀਂ ਸਿਲੈਕਟ ਕੀਤਾ, ਸਾਡਾ ਇਹਦੇ ਨਾਲ ਵਾਅਦਾ ਹੈ ਕਿ ਅਸੀਂ ਪਾਕਿਸਤਾਨ ਨੂੰ ਪਹਿਲਾ ਸਿੱਖ ਬੱਚਾ ਪ੍ਰੋਡਿਊਸ ਕਰਕੇ ਦੇਵਾਂਗੇ, ਇਹਨੂੰ ਖਿਡਾਵਾਂਗੇ ਨੈਸ਼ਨਲ ਲੈਵਲ। ਇਹ ਲਾਹੌਰ ਕਲੰਦਰ। ਇਹ ਕਿੰਨੇ ਸਾਲ ਪੁਰਾਣੀ ਗੱਲ ਹੈ? 2017-18 ਦੀ ਗੱਲ ਹੈ। ਆਲਮੋਸਟ 10 ਮੇਰੇ ਕੋਲ ਵੀਡੀਓ ਮੌਜੂਦ ਹੈ, 10 ਸਾਲ ਹੋ ਚੱਲੇ। ਉਹ ਵੀਡੀਓ ਮੈਂ ਤੁਹਾਨੂੰ ਵਿਖਾ ਸਕਦਾ ਜਿਹੜੇ ਆਕਿਬ ਜਵੇਦ ਸਾਹਿਬ ਗੱਲ ਕਰ ਰਹੇ ਨੇ ਤਾਂ ਹਾਮਿਦ ਮੀਰ ਸਾਹਿਬ ਮੇਰਾ ਇੰਟਰਵਿਊ ਕਰ ਰਹੇ ਨੇ। YouTube ਤੇ ਹੈਗੀ? ਯੈਸ ਹੈਗੀ ਮੇਰੇ ਕੋਲ। ਚਲੋ ਅਸੀਂ ਨਾਲ ਇਹਨੂੰ ਪੈਚ ਕਰ ਦਿਆਂਗੇ, ਮੈਂ ਤੁਹਾਨੂੰ ਸੈਂਡ ਕਰਾਂਗਾ। ਹਾਂ ਠੀਕ ਹੈ। ਉਹਦੇ ਵਿੱਚ ਆਕਿਬ ਸਾਹਿਬ ਦੇ ਅਲਫਾਜ਼ ਸਨ ਕਿ ਅਸੀਂ ਇਹਦਾ ਨਾਲ ਪ੍ਰੋਮਿਸ ਕੀਤਾ ਸੀ ਲਾਵਾਂਗੇ, ਲੇਕਿਨ ਬਾਅਦ ਚ ਹੋਇਆ ਕੁਝ ਨਹੀਂ। ਉਹ ਸਿਰਫ ਇੱਕ ਹੈਡਲਾਈਨ ਬਣ ਗਈ ਬਸ, ਸਿਰਫ ਔਰ ਸਿਰਫ ਪਗੜੀ ਨੂੰ ਯੂਜ਼ ਕੀਤਾ ਜੀ। ਮੈਨੂੰ ਸਿਰਫ ਮੀਡੀਆ ਦੇ ਸਾਹਮਣੇ ਆਈਡੈਂਟੀਟੀ ਯੂਜ਼ ਕੀਤੀ ਗਈ, ਤੁਹਾਡੀ ਬੰਦਾ ਨਹੀਂ ਯੂਜ਼ ਕੀਤਾ। ਮੈਂ 2018-19 ਦੀ ਗੱਲ ਹੈ, PSL ਦੀ ਟੀਮ ਪਿਸ਼ਾਵਰ ਜ਼ਲਮੀ ਦੇ ਵਿੱਚ ਜਾਵੇਦ ਅਫਰੀਦੀ ਸਾਹਿਬ ਅਨਾਉਂਸ ਕਰਦੇ ਨੇ ਕਿ ਮੈਂ 2 ਚਾਈਨੀਜ਼ ਪਲੇਅਰ ਨੂੰ ਰੱਖ ਰਹੇ ਹਾਂ, ਯਾਦ ਹੋਏਗਾ ਤੁਹਾਨੂੰ? ਯੈਸ। ਉਹ ਗੱਲ ਮੈਨੂੰ ਬੜੀ ਹੈਰਾਨ ਲੱਗੀ ਕਿ ਆਪਣੇ ਮੁਲਕ ਦੇ ਬੰਦੇ ਛੱਡ ਕੇ ਤੁਸੀਂ। ਮੈਂ ਟਵੀਟ ਕੀਤਾ ਜਾਵੇਦ ਅਫਰੀਦੀ ਸਾਹਿਬ ਨੂੰ ਕਿ ਜਾਵੇਦ ਸਾਹਿਬ ਤੁਸੀਂ ਚਾਈਨੀਜ਼ ਰੱਖ ਰਹੇ ਹੋ, ਵਾਈ ਨਾਟ ਅ ਸਿੱਖ ਪਲੇਅਰ ਫਰਮ ਦ ਪਾਕਿਸਤਾਨੀ ਸਿੱਖ ਕਮਿਊਨਿਟੀ, ਜਿਹੜਾ ਸਨ ਆਫ ਸੋਇਲ ਹੈ। ਹਾਂ, ਸਨ ਆਫ ਸੋਇਲ ਹੈ। ਉਹਨੇ ਮੈਨੂੰ ਟਵੀਟ ਕੀਤਾ ਕਿ ਵੈਰੀ ਸੂਨ ਬਸ। ਯੈਸ। ਫਿਰ 2020 ਦੇ ਵਿੱਚ ਵੀ ਨਹੀਂ ਹੋਇਆ। 2021 ਦੀ PSL ਤੋਂ ਪਹਿਲਾਂ ਫਿਰ ਮੈਂ ਟਵੀਟ ਕੀਤਾ ਉਹਨਾਂ ਨੂੰ, ਉਹ ਟਵੀਟ ਕੱਢ ਕੇ ਦੁਬਾਰਾ ਉਹਨੂੰ ਰੀਟਵੀਟ ਕੀਤਾ ਕਿ ਸਰ ਤੁਸੀਂ ਸਾਡੇ ਨਾਲ ਇੱਕ ਪ੍ਰੋਮਿਸ ਕੀਤਾ ਸੀ। ਅਗਲੇ ਦਿਨ ਮੈਨੂੰ ਕਾਲ ਆ ਜਾਂਦੀ। ਅੱਛਾ। ਯੈਸ, ਕਿ ਜਾਵੇਦ ਅਫਰੀਦੀ ਸਾਹਿਬ ਨੇ ਤੁਹਾਨੂੰ ਬੁਲਾਇਆ, ਤੁਸੀਂ ਹਾਇਰ ਤੇ ਕੰਪਨੀ ਆ ਗਈ। ਮੈਂ ਬੜਾ ਖੁਸ਼ ਹੋ ਕੇ ਕਿ ਸ਼ਾਇਦ ਚਾਂਸ ਮਿਲੇ। ਜ਼ਾਰੀ ਜੀ ਗੱਲ ਹੈ, ਪਹਿਲੀ ਤੇ ਥਾਟ ਇਹੀ ਆਉਂਦਾ ਮੈਂ ਪਲੇਅਰ ਹਾਂ, ਮੈਂ ਖੇਲਣਾ। ਜਦੋਂ ਹਾਇਰ ਤੇ ਕੰਪਨੀ ਜਾਂਦਾ ਉੱਥੇ ਮੈਨੂੰ ਸ਼ਰਟ ਦਿੱਤਾ ਜਾਂਦਾ, ਸਾਰਾ ਕੁਝ ਦਿੱਤਾ ਜਾਂਦਾ। ਮੈਂ ਤਾਂ PSL 'ਚ ਜਾ ਰਿਹਾ ਜੀ, ਜ਼ੇਨ ਬਣ ਜਾਂਦਾ ਹੈ। ਲੇਕਿਨ ਮੈਨੂੰ ਕੀ ਲੈ ਕੇ ਗਏ ਨੇ, ਨਾਟ ਐਜ਼ ਅ ਪਲੇਅਰ, ਐਜ਼ ਅ ਅਸਿਸਟੈਂਟ ਮੈਨੇਜਰ ਆਫ ਦ ਟੀਮ। ਮੇਰੇ ਉੱਤੇ ਟੈਗ ਜਿਹੜਾ ਹੈਗਾ ਨਾ ਪਲੇਅਰ ਤੋਂ ਹਟਾ ਕੇ ਐਜ਼ ਮੈਨੇਜਮੈਂਟ ਦਾ ਪੋਸਟ ਦਿੱਤਾ ਗਿਆ। ਮੈਨੂੰ ਦੱਸਿਆ ਜਾਂਦਾ ਹੈ ਮਤਲਬ ਇੱਕ ਬੰਦੇ ਨੂੰ ਸਮੁੰਦਰ ਪਾਰ ਇੱਕ ਖਾਬ ਦਿਖਾ ਕੇ ਉਹਦੇ ਬਾਅਦ ਉਹਨੂੰ ਡਗ ਆਊਟ 'ਚ ਬਹਾ ਦਿਓ ਕਿ ਤੂੰ ਬਹਿ ਕੇ ਬਸ ਦੇਖੀ ਜਾ, ਸਿਰਫ ਦੇਖੀ ਜਾ। ਮੈਨੂੰ ਕਹਿੰਦੇ ਤੁਹਾਡਾ ਮੈਨੇਜਮੈਂਟ ਦਾ ਕੋਈ ਕੰਮ ਨਹੀਂ ਹੈ, ਤੁਸੀਂ ਉੱਥੇ ਪ੍ਰੈਕਟਿਸ ਕਰਨੀ ਹੈ, ਡਰੈਸਿੰਗ ਰੂਮ ਸ਼ੇਅਰ ਕਰਨਾ ਹੈ। ਪਰ ਮੇਰੇ ਕੋਲ ਇਸ ਟਾਈਮ ਟੀਮ ਪੂਰੀ ਹੈ, ਮੈਂ ਤੁਹਾਨੂੰ ਟੀਮ ਦੇ ਵਿੱਚ ਨਹੀਂ ਲੈ ਕੇ ਜਾ ਸਕਦਾ। ਸਿਰਫ ਉਹਨਾਂ ਆਪਣੀ ਗੱਲ ਦਾ ਮਾਣ ਰੱਖਿਆ, ਇਹ ਕਹਿ ਗੱਲ ਦਾ ਮਾਣ ਰੱਖਿਆ ਕਿ ਜੀ ਮੈਂ ਇੱਕ ਤਰ੍ਹਾਂ ਉਹਨਾਂ ਦਾ ਮੈਂ ਸ਼ੁਕਰੀਆ ਅਦਾ ਕਰਦਾ, ਐਟਲੀਸਟ ਇੱਕ ਤਰ੍ਹਾਂ ਦਾ ਸ਼ੁਕਰੀਆ ਅਦਾ ਕਰਦਾ ਕਿ ਉਹਨਾਂ ਨੇ ਉਹ ਚਾਮ ਇੱਕ ਵਾਰੀ ਉਸ ਜਗ੍ਹਾ ਤੇ ਮੈਨੂੰ ਲੈ ਗਏ ਨੇ ਔਰ ਟੀਮ ਦਾ ਕਿਸੇ ਦਰਜੇ ਦੇ ਪਾਰਟ ਬਣਾਤਾ। ਲੇਕਿਨ ਉਹ ਮੇਰੇ ਵਾਸਤੇ, ਮੈਂ ਸਮਝਦਾ ਕਿ ਮੇਰੇ ਵਾਸਤੇ ਕਿਸੇ ਦਾ ਨੁਕਸਾਨ ਵੀ ਉਠਾਉਣਾ ਪਿਆ ਉਸ ਗੱਲ ਦਾ, ਕਿਉਂਕਿ ਕ੍ਰਿਕਟ ਸੁਸਾਇਟੀ ਦੇ ਵਿੱਚ
ਫਿਰ ਤੁਸੀਂ ਮੈਨੇਜਰ ਦੇ ਤੌਰ ਤੇ ਪਲੇਅਰ ਦਾ ਨਾਮ ਕੱਟ ਕਰਕੇ ਮੈਂ ਮੈਨੇਜਮੈਂਟ 'ਚ ਆ ਗਿਆ।